ਤੁਹਾਨੂੰ ਦੋ ਤਸਵੀਰਾਂ ਵਿਖਾਉਂਦੇ ਹਾਂ। पहली तस्वीर जो किसी वड्डी साजिश वाल इशारा कर रही है तो दूजी तस्वीर जो वाकई हिला के रख देने वाली है। इस नूं देख तुहानूं हासा भी आवेगा तो तुहानूं हैरानी भी होवेगी। जेकर तुहाडा कोई अपना बिजनेस है, कोई कामकार है, कोई दुकान है तो यह खबर तुहानूं ध्यान नाल गौर नाल वेखनी चाहिए है, क्योंकि यह खबर तुहानूं किसी वड्डे नुकसान तो बचा सकती है। लो वेखो। तस्वीरां दी करते दो मामलियां दी करते ये दोवें अपने आप च बेहद हैरान कर देने वाले ने, हिला के रख देने वाले। सब तो पहला सड़क सुवाह हो चुकी इस दुकान उत्ते नजर मारो। वैसे सियाणे कहंदे ने बुरे काम दा नतीजा बुरा ही हुंदा है। इंसान नूं अपने बुरे कर्मां दा जां सोच दा फल भुगतना पैंदा ही है ते गल मुड़ तो सच भी साबित हुंदी विखाई दे रही है। सब तो पहला तस्वीर निकल के सामने आई है आदमपुर तो। दस्सिया जा रहा है कि इत्थे एक किताबां दी दुकान नूं दो व्यक्तियों वालों अग दे हवाले कर दिता गया। जदों ये लोग इस दुकान नूं अग लगा रहे सन तां अचानक दुकान च ब्लास्ट हो गया, जिस दे विच एक शख्स दी तां मौके ते ही मौत हो गई, जबकि उसदा साथी गंभीर तौर ते जख्मी हो गया है, जो फिलहाल हस्पताल दे विच ज़ेरे इलाज है ते उसदी हालत गंभीर दसी जा रही है। धमाका इन्ना भयानक सी कि दुकान दे ही चिथड़े उड़ गए ते दुकान च पिया सब कुछ सड़ के सुवाह हो गया। दुकान दे मालक नाल जदों साडे पत्रकार ने गलबात कीती तां उन्हां दा कहना सी कि उन्हां दे नाल किसे दी कोई रंजिश नहीं है। उन्हां नूं नहीं पता ਇਹ ਲੋਕ ਅਜਿਹਾ ਕਿਉਂ ਕਰਨ ਆਏ ਸਨ। दो नौजवान ਜਿਹੜੇ ਹੈਗੇ ਇਸ ਘਟਨਾ ਨੂੰ ਅੰਜਾਮ ਦੇਣ ਆਏ, ਜਿਨ੍ਹਾਂ ਵਿੱਚੋਂ ਇੱਕ ਦੀ ਮੌਕੇ ਤੇ ਮੌਤ ਹੋ ਗਈ ਔਰ ਦੂਸਰਾ ਜਿਹੜਾ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਹੈਗਾ। ਤਸਵੀਰਾਂ ਪਹਿਲਾਂ ਦੁਕਾਨ ਦੀਆਂ ਤੁਹਾਨੂੰ ਸਾਂਝੀਆਂ ਕਰ ਦਿੰਦੇ, ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਪੂਰੀ ਤਰ੍ਹਾਂ ਜਿਹੜੀ ਦੁਕਾਨ ਹੈਗੀ ਆ ਇਸ ਸਮੇਂ ਅੱਗ ਦੀ ਭੇਟ ਚੜਨ ਦੇ ਕਾਰਨ ਪੂਰੀ ਤਰ੍ਹਾਂ ਘਟਨਾਗ੍ਰਸਤ ਹੋ ਗਈ ਹੈਗੀ। ਤੁਸੀਂ ਤਸਵੀਰਾਂ ਤੋਂ ਇਹ ਅੰਦਾਜ਼ਾ ਲਗਾ ਸਕਦੇ ਹੋ ਕਿ ਜਿਹੜਾ ਹੈਗਾ ਕਿੰਨਾ ਭਿਆਨਕ ਇਹ ਹਾਦਸਾ ਰਿਹਾ ਹੋਵੇਗਾ ਕਿ ਦੁਕਾਨ ਦੇ ਚੀਥੜੇ ਤੱਕ ਜਿਹੜੇ ਹੈਗੇ ਉੱਡ ਗਏ ਹੈਗੇ। ਭਾਜੀ ਅਸੀਂ ਰਾਤੀ ਤੇ ਕਿ ਸਾਨੂੰ 2 ਵਜੇ ਸਾਹਮਣੇ ਗਵਾਂਢੀਆਂ ਸਾਡਿਆਂ ਨੇ ਫੋਨ ਕੀਤਾ, ਸਾਹਮਣੇ ਸ਼ਰਨ ਭਾਜੀ ਉਹਨਾਂ ਨੇ ਸਾਨੂੰ ਫੋਨ ਕੀਤਾ, ਕਹਿੰਦੇ ਵੀ ਤੁਸੀਂ ਦੁਕਾਨ ਤੇ ਆਓ ਜਲਦੀ ਨਾਲ। ਕੀ ਹੋਇਆ? ਕਹਿੰਦੇ ਤੁਹਾਡੀ ਦੁਕਾਨ ਨੂੰ ਅੱਗ ਲੱਗ ਗਈ ਹੈ। ਅਸੀਂ ਭੱਜੇ ਦੁਕਾਨ ਤੇ ਆਏ ਤਾਂ ਅੱਗ ਦਾ ਪਾਪੜ ਵੱਜਦੇ ਪਏ ਸੀ, ਪੂਰੀ ਤਰ੍ਹਾਂ ਅੱਗ ਫੈਲ ਚੁੱਕੀ ਸੀ। ਇੱਕ ਬੰਦਾ ਮੋਰੇ ਇੱਥੇ ਮਰਿਆ ਪਿਆ ਸੀ, ਪੁਲਿਸ ਖੜੀ ਹੋਈ ਸੀ। ਉਸ ਤੋਂ ਬਾਅਦ ਫਿਰ ਦੂਜੇ ਬੰਦੇ ਦਾ ਸੀ, ਉਹ ਕਹਿੰਦੇ ਉਹ ਫੜ ਲਿਆ ਬੰਦਾ ਉਹਨਾਂ ਨੇ, ਪੁਲਿਸ ਵਾਲਿਆਂ ਨੇ। ਉਸ ਤੋਂ ਬਾਅਦ ਜੋ ਕਾਰਵਾਈ ਪੁਲਿਸ ਵਾਲੇ ਹੁਣ ਦੱਸਣਗੇ ਜੋ ਵੀ ਹੈ। ਇਹ ਕੀ ਕੋਈ ਪੁਰਾਣੀ ਰੰਜਿਸ਼ ਦਾ ਮਾਮਲਾ ਦੱਸਿਆ ਜਾ ਰਿਹਾ ਜਾਂ ਕੋਈ ਹੋਰ ਕਿਸੇ ਤਰੀਕੇ ਨਾਲ ਕਿਸੇ ਨੇ? ਨਹੀਂ ਭਾਜੀ ਸਾਡੀ ਕਿਸੇ ਨਾਲ ਕਿਹੜੀ ਲੈਣੀ ਹੈ, ਕੁਛ ਵੀ ਨਹੀਂ ਹੈਗੀ ਇੱਦਾਂ ਦੀ, ਨਾ ਕਿਸੇ ਨਾਲ ਲੈਣਾ ਨਾ ਦੇਣਾ ਨਾ ਕੁਛ ਹੈ। ਆਪਣੇ ਕੰਮ ਨੂੰ ਕੰਮ ਨਾਲ ਮਤਲਬ ਰੱਖੀਦਾ ਸੀ, ਕਿਸੇ ਨਾਲ ਮਤਲਬ ਹੀ ਨਹੀਂ ਇੱਦਾਂ ਦਾ। ਦੂਜੇ ਪਾਸੇ ਆਦਮਪੁਰ ਦੇ ਐਸਐਚਓ ਦਾ ਕਹਿਣਾ ਸੀ ਕਿ ਮਾਮਲੇ ਦੀ ਪੂਰੀ ਘਟਨਾ ਦੀ बारीकी दे नाल जांच पड़ताल की जा रही है। जांच दौरान जो भी तथ्य पाए गए, जो भी दोषी पाया गया, उस दे खिलाफ बनती कार्रवाई की जाएगी। ਹੁਣ ਜੋ ਪਤਾ ਲੱਗਾ ਵੀ ਇਹ ਜਲੰਧਰ ਤੋਂ ਬੰਦੇ ਆਏ ਸੀ 3, ਇਹਨਾਂ ਨੇ ਦੁਕਾਨ ਦਾ ਸ਼ਟਰ ਤੋੜਿਆ। ਸ਼ਟਰ ਤੋੜ ਕੇ ਅੰਦਰ ਪੈਟਰੋਲ ਛਿੜਕਿਆ। ਇਹਨਾਂ ਕੋਲ 2 ਪਲਾਸਟਿਕ ਦੀਆਂ ਬੋਤਲਾਂ ਸੀ ਪੈਟਰੋਲ ਦੀਆਂ, ਇੱਕ ਛਿੜਕੀ ਹੈ, ਇੱਕ ਜੇ ਬੰਦ ਸੀ ਤਾਂ ਨਸ਼ੇ 'ਚ ਸੀ, ਇੱਕ ਨੇ ਉਸੇ ਵੇਲੇ ਅੱਗ ਲਾਤੀ ਤੇ ਦੂਜੇ ਨੇ ਸ਼ਟਰ ਸਿੱਟਤਾ। ਜਦੋਂ ਪੈਟਰੋਲ ਛਿੜਕਿਆ ਇੱਕ ਦੀਆਂ ਲੱਤਾਂ ਨੂੰ ਵੀ ਪੈ ਗਿਆ, ਉਹਦੀਆਂ ਲੱਤਾਂ ਨੂੰ ਅੱਗ ਲੱਗ ਗਈ ਤੇ ਜਦੋਂ ਦੂਜੀ ਬੋਤਲ ਦਾ ਧਮਾਕਾ ਹੋਇਆ ਬਲਾਸਟ, ਦੁਕਾਨ ਕਮਜ਼ੋਰ ਸੀ, ਸ਼ਟਰ ਪੱਟ ਕੇ ਉਹਦੇ ਉੱਤੇ ਵੱਜਾ ਮੂੰਹ ਤੇ, ਉਹ ਥਾਂ ਉਹਦੀ ਡੈਥ ਹੋ ਗਈ। ਉਹ ਮੁੰਡਾ ਜਲੰਧਰ ਦਾ ਆ, ਪ੍ਰਦੀਪ ਜੀ ਦੀ ਡੈਥ ਹੋਈ ਹੈ। ਉਹਦੀ ਬੋਡੀ ਅਸੀਂ ਮੌਚਰੀ 'ਚ ਰਖਾਤੀ ਹੈ। ਜਿਹੜਾ ਦੂਜਾ ਇੰਜਰਡ ਸੀਗਾ ਉਹਨੂੰ ਵੀ ਅਸੀਂ ਰਾਤ 3-3:30 ਵਜੇ ਉਹਨੂੰ ਵੀ ਗ੍ਰਿਫਤਾਰ ਕਰ ਲਿਆ ਜੀਟੀ ਰੋਡ ਤੋਂ। ਉਹ ਵੀ ਜੇਰੇ ਇਲਾਜ ਆ, ਉਹ 80% ਬਰਨ ਆ। ਇੱਥੋਂ ਉਹਨੂੰ ਜਲੰਧਰ ਰੈਫਰ ਕੀਤਾ ਸੀ, ਜਲੰਧਰ ਤੋਂ ਉਹਨੂੰ ਅੰਮ੍ਰਿਤਸਰ ਲਈ ਰੈਫਰ ਕਰਤਾ। ਬਾਕੀ ਅਸੀਂ ਸਾਰੇ ਲੀਗਲ ਐਸਪੈਕਟ ਦੇਖ ਰਹੇ ਹਾਂ, ਜੋ ਵੀ ਕਾਨੂੰਨੀ ਕਾਰਵਾਈ ਹੋਊਗੀ ਇਹ 'ਚ ਸਖਤ ਤੋਂ ਸਖਤ ਕੀਤੀ ਜਾਊ। इस मामले के सामने आने तो बाद ये सवाल खड़ा हो गया कि आखिर कौन सी ये लोग क्यों इस दुकान को अग दे हवाले करना चाहते सी। पर जो अगलियां तस्वीरां असी तुहानू दिखान जा रहे हैं वो भी 1-2 नहीं कई सवाल खड़े कर रहे ने। जेकर तुसी दुकानदार हो तो अगलियां तस्वीरां ये अगली खबर तुहानू अखां खोल के देखनियां चाहिए ने। इस सीसीटीवी फुटेज च साफ नजर आ रहा है कि रात दे हनेरे च एक शख्स बाइक ते सवार होके आउंदा है। दुकान दे बाहर पेट्रोल छिड़कदा
ਦੁਕਾਨ ਨੂੰ ਅੱਗ ਲਾਉਂਦਾ ਹੈ ਤੇ ਫਿਰ ਮੌਕੇ ਤੋਂ ਫਰਾਰ ਹੋ ਜਾਂਦਾ ਹੈ। ਐਡੀਟਰ ਸਾਹਿਬ, ਫਿਰ ਤੋਂ ਇੱਕ ਵਾਰ ਇਸ ਪੂਰੀ ਵਾਰਦਾਤ ਨੂੰ ਚੰਗੀ ਤਰ੍ਹਾਂ ਵਿਖਾਓ। ਜਦੋਂ ਤੁਹਾਨੂੰ ਪਤਾ ਚੱਲੇਗਾ ਕਿ ਆਖਰ ਇਸ ਸ਼ਖਸ ਨੇ, ਇਸ ਸਨਕੀ ਨੇ ਅਜਿਹਾ ਕਿਉਂ ਕੀਤਾ, ਤਾਂ ਤੁਹਾਨੂੰ ਹਾਸਾ ਵੀ ਆਵੇਗਾ ਤੇ ਨਾਲ ਹੀ ਹੈਰਾਨੀ ਵੀ ਹੋਵੇਗੀ। ਦਰਅਸਲ ਇਹ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਗੁਆਂਢੀ ਸੂਬੇ ਹਰਿਆਣਾ ਦੇ ਹਿਸਾਰ ਤੋਂ, ਜਿੱਥੇ ਇੱਕ ਇਲੈਕਟ੍ਰੋਨਿਕਸ ਦੀ ਦੁਕਾਨ 'ਚ ਕੰਮ ਕਰਨ ਵਾਲੇ ਮੁਲਾਜ਼ਮ ਨੇ ਦੁਕਾਨ ਨੂੰ ਅੱਗ ਦੇ ਹਵਾਲੇ ਕਰ ਦਿੱਤਾ, ਜਿਸ 'ਚ 6 ਲੱਖ ਦੇ ਕਰੀਬ ਦਾ ਸਮਾਨ ਸੜ ਕੇ ਸੁਆਹ ਹੋ ਗਿਆ। ਕਿਉਂ? ਕਿਉਂਕਿ ਦੁਕਾਨ ਦਾ ਮਾਲਕ ਉਸ ਦੀ ਤਨਖਾਹ ਨਹੀਂ ਵਧਾ ਰਿਹਾ ਸੀ। ਜੀ ਹਾਂ, ਸਹੀ ਸੁਣਿਆ ਤੁਸੀਂ, ਪ੍ਰਦੀਪ ਨਾਮ ਦੇ ਇਸ ਮੁਲਜ਼ਮ ਦੇ ਵੱਲੋਂ ਆਪਣੇ ਮਾਲਕ ਤੋਂ ਤਨਖਾਹ ਵਧਾਉਣ ਦੀ ਮੰਗ ਕੀਤੀ ਗਈ ਸੀ, ਪਰ ਮਾਲਕ ਨੇ ਉਸ ਦੀ ਤਨਖਾਹ ਤਾਂ ਕੀ ਵਧਾਉਣੀ ਸੀ, ਉਲਟਾ ਉਸ ਨੂੰ ਨੌਕਰੀ ਤੋਂ ਹੀ ਕੱਢ ਦਿੱਤਾ, ਜਿਸ ਦਾ ਬਦਲਾ ਉਸਨੇ ਕਿਵੇਂ ਲਿਆ, ਤਸਵੀਰਾਂ ਤੁਹਾਡੇ ਸਾਹਮਣੇ ਨੇ। ਪੁਲਿਸ ਨੇ ਮੁਲਜ਼ਮ ਨੂੰ ਕਾਬੂ ਕਰ ਲਿਆ ਤੇ ਉਸ ਨੂੰ ਅਦਾਲਤ 'ਚ ਪੇਸ਼ ਕਰ ਜੇਲ੍ਹ ਭੇਜ ਦਿੱਤਾ ਗਿਆ। दिनांक 19/11/21 को एक हमारे पास शिकायत प्राप्त हुई थी संजय की। उसने बतलाया कि मेरी इलेक्ट्रॉनिक की दुकान है, उसमें प्रदीप ने तेल डाल के आग लगा दी। तो हमने FIR दर्ज करके प्रदीप को अरेस्ट करके 20 तारीख को कोर्ट में पेश करके जेल भेज दिया। कारण क्या रहा सर, उसमें कुछ बताया उसके? उनका पैसे का लेन देन का मामला है। सर दुकान वाले की तरफ से लगभग कितने नुकसान की आशंका जताई गई? उसने बताया कि करीब 6 लाख रुपए का नुकसान हुआ। ਦੋਵੇਂ ਮਾਮਲੇ ਆਪਣੇ ਆਪ 'ਚ ਵਾਕਈ ਬੇहद ਹੈਰਾਨ ਕਰ ਦੇਣ ਵਾਲੇ ਨੇ। ਇਹ ਸਵਾਲ ਵੀ ਖੜਾ ਹੋ ਗਿਆ ਕਿ ਆਖਰ ਆਦਮਪੁਰ 'ਚ ਉਸ ਦੁਕਾਨ ਨੂੰ ਅੱਗ ਹਵਾਲੇ ਕਰਨ ਪਿੱਛੇ ਦੀ ਅਸਲ ਵਜ੍ਹਾ ਕੀ ਹੈ। ਵੈਸੇ ਤਾਂ ਜੇਕਰ ਤੁਹਾਡਾ ਵੀ ਆਪਣਾ ਕੋਈ ਬਿਜ਼ਨਸ ਹੈ, ਕੋਈ ਦੁਕਾਨ ਹੈ, ਤਾਂ ਤੁਸੀਂ ਵੀ ਆਪਣੇ ਮੁਲਾਜ਼ਮਾਂ ਦੀ ਸਮੇਂ ਸਿਰ ਤਨਖਾਹ ਵਧਾ ਹੀ ਦਿਆ ਕਰੋ। ਉਹਨਾਂ ਨੂੰ ਵੀ ਚੰਗਾ ਲੱਗੇਗਾ, ਖੁਸ਼ੀ ਹੋਵੇਗੀ ਤੇ ਤੁਹਾਡੇ ਵਪਾਰ 'ਚ ਵੀ ਵਾਧਾ ਹੋਵੇਗਾ। ਆਦਮਪੁਰ ਤੋਂ ਹੁਸਨ ਲਾਲ ਦੇ ਨਾਲ ਤੇ ਹਿਸਾਰ ਤੋਂ ਸੰਦੀਪ ਸੈਣੀ ਦੇ ਨਾਲ ਬਿਊਰੋ ਰਿਪੋਰਟ PTC। ਅਗਲੀ ਖਬਰ ਦਾ ਰੁਖ ਕਰਦੇ ਹਾਂ। ਹੁਣ ਤੁਹਾਨੂੰ ਇੱਕ ਅਜਿਹੇ ਪਰਿਵਾਰ ਦੇ ਨਾਲ ਮਿਲਾਉਂਦੇ ਹਾਂ ਜਿਸ ਦੇ ਹਾਲਾਤ, ਜਿਸ ਦੀ ਦਾਸਤਾਨ ਸਰਕਾਰ ਦੇ तमाम ਦਾਅਵਿਆਂ ਦੀ ਫੂਕ ਕੱਢ ਰਹੀ ਹੈ। ਜਿਸ ਸ਼ਮਸ਼ਾਨ ਮੂਹਰੋਂ ਰਾਤ ਨੂੰ ਲੋਕ ਲੰਘਣ ਤੋਂ ਵੀ ਕਤਰਾਉਂਦੇ ਨੇ, ਉਸੇ ਸ਼ਮਸ਼ਾਨ 'ਚ ਪਰਿਵਾਰ ਪਿਛਲੇ ਕਈ ਸਾਲਾਂ ਤੋਂ ਆਪਣੇ ਦਿਨ ਕੱਟ ਰਿਹਾ ਹੈ। ਲਓ ਵੇਖੋ ਸਾਡੀ ਇਹ ਖਾਸ ਰਿਪੋਰਟ। ਸ਼ਮਸ਼ਾਨ, ਜਿਸ ਦੇ ਮੂਹਰੋਂ ਲੰਘਣ ਤੋਂ ਵੀ ਲੋਕ ਕਤਰਾਉਂਦੇ ਨੇ, ਜਿੱਥੇ ਕੋਈ ਕਦਮ ਵੀ ਨਹੀਂ ਰੱਖਣਾ ਚਾਹੁੰਦਾ, ਜਿਸ ਦੇ ਨਾਂ ਤੋਂ ਹੀ ਸਰੀਰ 'ਚ ਡਰ ਦੇ ਮਾਰੇ ਕੰਬਣੀ ਛਿੜ ਜਾਂਦੀ ਹੈ, ਜਿੱਥੇ ਜਾ ਕੇ ਜ਼ਿੰਦਗੀ ਦਾ ਸਫ਼ਰ ਖਤਮ ਹੋ ਜਾਂਦਾ ਹੈ। ਉਸੇ ਸ਼ਮਸ਼ਾਨ ਘਾਟ 'ਚ ਕਈ ਮਾਸੂਮ ਜ਼ਿੰਦਗੀਆਂ ਪਨਪ ਰਹੀਆਂ ਨੇ, ਖੇਡ ਰਹੀਆਂ ਨੇ। ਜਿਸ ਸ਼ਮਸ਼ਾਨ ਘਾਟ ਵੱਲ ਲੋਕ ਰਾਤ ਸਮੇਂ ਮੂੰਹ ਤੱਕ ਨਹੀਂ ਕਰਦੇ, ਉਸੇ ਸ਼ਮਸ਼ਾਨ ਘਾਟ 'ਚ ਇੱਕ ਪਰਿਵਾਰ ਕਈ ਸਾਲਾਂ ਤੋਂ ਆਪਣੇ ਦਿਨ ਕੱਟ ਰਿਹਾ ਹੈ। ਇੱਕ ਪਾਸੇ ਕਿਸੇ ਦਾ ਸਿਵਾ ਪਲ ਰਿਹਾ ਹੁੰਦਾ ਹੈ, ਤਾਂ ਦੂਜੇ ਪਾਸੇ ਇਸ ਗਰੀਬ ਪਰਿਵਾਰ ਦਾ ਚੁੱਲ੍ਹਾ। ਪੱਟੀ ਦੇ ਅਧੀਨ ਪੈਂਦੇ ਨੌਸ਼ਹਿਰ ਪੰਨੂਆਂ ਦੇ ਪਿੰਡ ਚੌਧਰੀਵਾਲਾ ਦਾ ਇੱਕ ਪਰਿਵਾਰ ਅਜਿਹਾ ਵੀ ਹੈ ਜਿਸ ਦੇ ਹਾਲਾਤਾਂ ਨੂੰ ਸ਼ਬਦਾਂ 'ਚ ਕਿਵੇਂ ਬਿਆਨ ਕਰੀਏ ਸਮਝ ਹੀ ਨਹੀਂ ਆ ਰਿਹਾ। ਇਹ ਪਰਿਵਾਰ ਪਿਛਲੇ ਕਈ ਸਾਲਾਂ ਤੋਂ ਸ਼ਮਸ਼ਾਨ 'ਚ ਰਹਿਣ ਲਈ ਮਜਬੂਰ ਹੈ। ਇਹ ਤਸਵੀਰਾਂ ਇਸ ਪਰਿਵਾਰ ਦੇ ਹਾਲਾਤ, ਇਸ ਦੀ ਕਹਾਣੀ ਸਰਕਾਰ ਦੇ ਕੱਲੇ-ਕੱਲੇ ਦਾਅਵੇ ਦੀ ਫੂਕ ਕੱਢ ਰਹੀ ਹੈ। ਪਰਿਵਾਰ ਦੇ ਮੁਖੀ ਦਾ ਕਹਿਣਾ ਸੀ ਕਿ ਉਹਨਾਂ ਦੇ 2 ਪੁੱਤ ਲੋਕਾਂ ਦੀਆਂ ਦੁਕਾਨਾਂ 'ਚ ਕੰਮ ਕਰਕੇ ਘਰ ਦਾ ਗੁਜ਼ਾਰਾ ਚਲਾਉਂਦੇ ਸੀ, ਪਰ ਫਿਰ ਅਚਾਨਕ ਪਰਿਵਾਰ ਦੇ ਬੁਰੇ ਦਿਨ ਸ਼ੁਰੂ ਹੋ ਗਏ। ਉਹਨਾਂ ਦੇ ਸਿਰ ਕਰਜ਼ਾ ਚੜ ਗਿਆ। ਘਰ ਵੇਚ ਕੇ ਕਰਜ਼ਾ ਲਾਉਣ ਦੀ ਕੋਸ਼ਿਸ਼ ਕੀਤੀ, ਪਰ ਸਿਰ ਉੱਤੇ ਪਈ ਕਰਜ਼ੇ ਦੀ ਪੰਡ ਨਾ ਲੱਥੀ। ਉਦੋਂ ਤੋਂ ਪਰਿਵਾਰ ਸ਼ਮਸ਼ਾਨ 'ਚ ਰਹਿਣ ਨੂੰ ਮਜਬੂਰ ਹੈ। ਮੈਂ ਗਰੀਬੀ ਦੇ ਕਾਰਨ ਜਾਂ ਮੇਰੇ ਮੁੰਡਿਆਂ ਨੇ ਕੋਈ ਸਾਥ ਨਹੀਂ ਦਿੱਤਾ। ਮੁੰਡੇ ਮੇਰੇ ਉਹ ਜਿਹੇ ਨਪੜ੍ਹੇ ਸੀ, ਮੇਰੇ ਤੋਂ ਪੜ੍ਹਾਈ ਲਿਖਾਏ ਨਹੀਂ ਗਏ, ਤੇ ਮੈਂ ਇਸ ਦਿਸ਼ਾ ਦੇ ਵਿੱਚ ਆਪਣਾ ਘਰ ਬੂਹਾ ਵੇਚ ਬੈਠਾ। ਕੋਹ ਮੁੰਡੇ ਦੁਕਾਨਾਂ ਤੇ ਰਹਿ ਸੀ, ਉਹ ਕਰਜ਼ਾ ਚੜਾ ਬੈਠੇ,
ਤੇ ਮੈਂ ਇਸ ਕਾਰਨ ਆਪਣਾ ਥਾਂ ਜਗ੍ਹਾ ਵੇਚ ਬੈਠਾ। ਮੇਰੇ ਤੋਂ ਗਾਂਹ ਨਹੀਂ ਲਈ ਗਈ। ਦਿਹਾੜੀ ਧੱਪਾ ਕਰਨ ਵਾਲੇ ਹਾਂ ਤੇ ਹੁਣ ਮੈਂ ਇਸ ਤਰ੍ਹਾਂ ਸ਼ਮਸ਼ਾਨ ਘਾਟ ਦੇ ਵਿੱਚ ਰਹਿਣ ਦਿਆਂ। ਇਸ ਤਰ੍ਹਾਂ ਵੀ ਆਪਣੇ ਪਿੰਡ ਦੇ ਜ਼ਿਮੀਂਦਾਰ ਆ ਜਿਨ੍ਹਾਂ ਮੈਨੂੰ ਇੱਥੇ ਭਾਇਆ ਵਾ ਵੀ ਚੱਲ ਤੂੰ ਇੱਥੇ ਗੁਜ਼ਾਰਾ ਕਰੀ ਜਾ, ਪਰ ਹੁਣ ਮੇਰੀਆਂ 2 ਨੂੰਹਾਂ ਵਾ, ਉਹਨਾਂ ਦੇ ਨਾਲ ਨਹੀਂ ਗੁਜ਼ਾਰਾ ਹੁੰਦਾ। ਇਹ ਕਰਕੇ ਮੈਂ ਚਾਹੁੰਦਾ ਵੀ ਸਰਕਾਰ ਜਾਂ ਕੋਈ ਮੇਰੀ ਮਦਦ ਕਰੇ, ਮੇਰਾ ਘਰ ਬੂਆ ਬਣ ਜੇ। ਤੇ ਸਰਕਾਰ ਨੂੰ ਇਹ ਸੋਚਣਾ ਚਾਹੀਦਾ ਵਾ ਵੀ ਉਹ ਗਰੀਬਾਂ ਦਾ ਸੋਚਣ, ਵੀ ਜਿਸ ਤਰ੍ਹਾਂ ਚਵਾਰੇ ਜੂਝਣ ਦਾ ਇਸ ਤਰ੍ਹਾਂ ਮੈਂ ਆਪਣੇ ਦਿਨ ਸ਼ਮਸ਼ਾਨ ਘਾਟ ਵਿੱਚ ਕੱਟਣ ਦਿਆਂ। ਇਸ ਤਰ੍ਹਾਂ ਜਿਹੜੇ ਦੂਜੇ ਗਰੀਬ ਚਵਾਰੇ ਕੱਟਣ ਦਾ ਆ ਉਹ ਕਿਸ ਤਰ੍ਹਾਂ ਕੱਟਦੇ ਹੋਣਗੇ। ਮੈਂ ਆਪਣੇ ਵੱਲ ਵੇਖ ਕੇ ਬੜਾ ਮਹਿਸੂਸ ਕਰਦਾ ਵੀ ਮੈਂ ਕਿਸ ਤਰ੍ਹਾਂ ਦਿਨ ਕੱਟਣ ਦਿਆਂ ਇੱਥੇ। ਪਰਿਵਾਰ ਦਾ ਕਹਿਣਾ ਸੀ ਕਿ ਕਈ ਵਾਰ ਉਹਨਾਂ ਪੰਚਾਇਤ ਸਰਪੰਚਾਂ ਤੋਂ ਲੈ ਕੇ ਵਿਧਾਇਕ ਸਾਹਿਬ ਅੱਗੇ ਵੀ ਮਦਦ ਦੀ ਗੁਹਾਰ ਲਗਾਈ ਹੈ, ਪਰ ਕਿਸੇ ਨੇ ਵੀ ਉਹਨਾਂ ਦੀ ਬਾਂਹ ਨਹੀਂ ਫੜੀ। ਇਸ ਪਰਿਵਾਰ ਦੇ ਹਾਲਾਤ ਇੰਨੇ ਤਰਸਯੋਗ ਨੇ ਕਿ ਤਸਵੀਰਾਂ ਦੇਖ ਕੇ ਕਿਸੇ ਦੀਆਂ ਅੱਖਾਂ 'ਚ ਵੀ ਹੰਝੂ ਆ ਜਾਣ। ਪਰਿਵਾਰ ਦਾ ਕਹਿਣਾ ਸੀ ਕਿ ਅਕਸਰ ਰਾਤਾਂ ਨੂੰ ਡਰ ਦੇ ਮਾਰੇ ਉਹਨਾਂ ਦੀ ਅੱਖ ਖੁੱਲ ਜਾਂਦੀ ਹੈ। ਉਹਨਾਂ ਨੂੰ ਇੱਥੇ ਰਹਿਣ 'ਚ ਡਰ ਵੀ ਲੱਗਦਾ ਹੈ, ਪਰ ਕਰਨ ਵੀ ਕੀ? ਉਹਨਾਂ ਕੋਲ ਹੋਰ ਕੋਈ ਚਾਰਾ ਵੀ ਨਹੀਂ ਹੈ। ਮੈਨੂੰ ਬੜੇ ਚਿਰ ਹੋ ਗਿਆ, 6 ਸਾਲ ਹੋ ਗਏ ਸ਼ਮਸ਼ਾਨ ਘਾਟ 'ਚ ਰਹਿੰਦੇ ਆਈ ਮੈਂ, ਤੇ 2 ਮੇਰੀਆਂ ਕੁੜੀਆਂ ਵਾ, ਤੇ ਮੈਂ ਕਰਜ਼ੇ ਥੱਲੇ ਆ ਕੇ ਮੇਰੇ ਡੈਡੀ ਨੇ ਮੈਂ ਆ ਕੇ, ਉਹਨੇ ਗਰੀਬ ਬੰਦਾ ਉਹ ਦਿਹਾੜੀਦਾਰ ਆ, ਤੇ ਉਹਨੇ ਕਿੱਥਾਂ ਕਰਜ਼ੇ ਦੇ ਆ ਕੇ ਵੇਚਤਾ। ਤੇ ਸਾਨੂੰ 6 ਸਾਲ ਹੋ ਗਏ ਆ ਮੜੀਆਂ ਦੇ ਵਿੱਚ ਰਹਿੰਦੇ। ਸਾਨੂੰ ਜੱਟਾਂ ਜ਼ਿਮੀਂਦਾਰਾਂ ਨੇ ਕਿਹਾ ਜੋ ਆਪਦਾ ਗੁਜ਼ਾਰਾ ਕਰੋ। ਤੁਹਾਨੂੰ ਸਰਕਾਰ ਵੱਲੋਂ ਬੇਨਤੀ ਕੀਤੀ ਜਾਂਦੀ ਆ ਵੀ ਸਾਨੂੰ ਥੋੜ੍ਹਾ ਬਹੁਤਾ ਦੇਵੇ। ਮੇਰੀਆਂ 2 ਕੁੜੀਆਂ ਵਾ ਤੇ ਨਾ ਉਹ ਵੀ ਅਨਪੜ੍ਹ, ਮੈਂ ਵੀ ਅਨਪੜ੍ਹ ਆ, ਦਿਹਾੜੀਦਾਰ ਬੰਦਾ। ਬਸ ਹੀ ਇੱਦਾਂ ਹੀ ਮੈਂ 6 ਸਾਲ ਹੋ ਗਿਆ, ਸਾਡੀ ਕੋਈ ਨਹੀਂ ਸੁਣਦਾ ਅੱਜ ਕੱਲ੍ਹ। ਬੜੇ ਇਹਨੇ ਕਿਹਾ ਹਰ ਬੂਟਾਂ ਦੀ ਕਹਿੰਦੇ ਹੁੰਦੇ ਆ, ਕਿਸੇ ਨੇ ਵੀ ਨਹੀਂ ਸੁਣੀ। ਸਾਨੂੰ ਤੁਹਾਡੇ ਘਰ ਬੇਨਤੀ ਕੀਤੀ ਜਾਂਦੀ ਆ ਵੀ ਸਾਨੂੰ ਕਿੱਦਾਂ ਮਰਜ਼ੀ ਉਹਨੂੰ ਥਾਂ ਹੋਵੇ ਦਵਾਈ ਜਾਵੇ, ਸਰਕਾਰ ਆ ਵੀ। ਪਰਿਵਾਰ ਨੂੰ 2 ਸਮੇਂ ਦੀ ਰੋਟੀ ਵੀ ਮੁਸ਼ਕਿਲ ਨਾਲ ਨਸੀਬ ਹੁੰਦੀ ਹੈ। ਸਰਕਾਰ ਲੱਖਾਂ ਦਾਅਵੇ ਕਰਦੀ ਹੈ, ਲੱਖਾਂ ਵਾਅਦੇ ਕਰਦੀ ਹੈ, ਗਰੀਬਾਂ ਦੀ ਬਾਂਹ ਫੜਨ, ਉਹਨਾਂ ਦਾ ਸਹਾਰਾ ਬਣਨ ਦਾ। ਪਰ ਇਸ ਪਰਿਵਾਰ ਦੀ ਕਹਾਣੀ, ਇਹਨਾਂ ਦੇ ਹਾਲਾਤ, ਇਹਨਾਂ ਸਾਰੇ ਦਾਅਵਿਆਂ ਦੇ ਫੂਕ ਕੱਢ ਰਹੇ ਨੇ। ਇਹ ਪਰਿਵਾਰ ਪਿਛਲੇ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਿਹਾ ਹੈ ਕਿ ਸਰਕਾਰ ਦੀ, ਪ੍ਰਸ਼ਾਸਨ ਦੀ ਸਵੱਲੀ ਉਹਨਾਂ ਉੱਤੇ ਪਵੇਗੀ। ਪੱਟੀ ਤੋਂ ਬਲਜੀਤ ਸਿੰਘ ਦੇ ਨਾਲ ਬਿਊਰੋ ਰਿਪੋਰਟ PTC। ਸੂਬੇ 'ਚ ਕੋਰੋਨਾ ਦੇ ਮਾਮਲਿਆਂ 'ਚ ਮੁੜ ਤੇਜ਼ੀ ਆ ਗਈ ਹੈ ਤੇ ਇਸ ਵਾਰ ਇਹ ਕਾਤਿਲ ਕੋਰੋਨਾ ਆਪਣਾ ਨਿਸ਼ਾਨਾ ਬਣਾ ਰਿਹਾ ਹੈ ਛੋਟੇ ਮਾਸੂਮ ਬੱਚਿਆਂ ਨੂੰ। ਮੁਕਤਸਰ 'ਚ ਵੀ ਕੋਰੋਨਾ ਨੇ ਮੁੜ ਦਸਤਕ ਦਿੱਤੀ ਹੈ ਤੇ ਇੱਥੇ 14 ਸਕੂਲੀ ਵਿਦਿਆਰਥੀ ਕੋਰੋਨਾ ਦਾ ਸ਼ਿਕਾਰ ਹੋ ਗਏ ਨੇ। ਕੋਰੋਨਾ ਦੀ ਦੂਜੀ ਲਹਿਰ ਤੋਂ ਸੂਬੇ ਦੇ ਲੋਕਾਂ ਨੂੰ ਹਲੇ ਥੋੜੀ ਰਾਹਤ ਮਿਲੀ ਹੀ ਸੀ ਕਿ ਡੇਂਗੂ ਦਾ ਡੰਗ ਸੂਬੇ ਦੇ ਲੋਕਾਂ ਨੂੰ ਡੰਗਣ ਲੱਗਾ ਹੈ। ਉਹਨਾਂ ਨੂੰ ਹਸਪਤਾਲ ਦੇ ਬਿਸਤਰਿਆਂ ਤੱਕ ਪਹੁੰਚਾਉਣ ਲੱਗਾ ਹੈ, ਉਹਨਾਂ ਦੀ ਮੌਤ ਦੀ ਵਜ੍ਹਾ ਬਣਨ ਲੱਗਾ ਹੈ। ਤੇ ਹੁਣ ਡੇਂਗੂ ਤੋਂ ਬਾਅਦ ਮੁੜ ਤੋਂ ਕੋਰੋਨਾ ਲੋਕਾਂ ਨੂੰ ਡਰਾਉਣ ਲੱਗਾ ਹੈ, ਉਹਨਾਂ ਨੂੰ ਆਪਣੀ ਆਗੋਸ਼ ਲੈਣ ਲੱਗਾ ਹੈ। ਜੀ ਹਾਂ, ਸੂਬੇ ਦੇ ਵਿੱਚ ਮੁੜ ਕੋਰੋਨਾ ਮਾਮਲਿਆਂ ਦੇ ਵਿੱਚ ਤੇਜ਼ੀ ਆਉਣੀ ਸ਼ੁਰੂ ਹੋ ਗਈ ਹੈ ਤੇ ਇਸ ਵਾਰ ਕੋਰੋਨਾ ਬੱਚਿਆਂ ਨੂੰ ਆਪਣਾ ਸ਼ਿਕਾਰ ਜ਼ਿਆਦਾ ਬਣਾ ਰਿਹਾ। ਮੁਕਤਸਰ ਦੇ ਵਿੱਚ ਵੀ ਇੱਕ ਵਾਰ ਫਿਰ ਤੋਂ ਕੋਰੋਨਾ ਨੇ ਦਸਤਕ ਦੇ ਦਿੱਤੀ ਹੈ। ਇੱਥੋਂ ਦੇ ਪਿੰਡ ਵੜਿੰਗ ਖੇੜਾ ਦੇ ਨਵੋਦਿਆ ਵਿਦਿਆਲਿਆ ਦੇ 1-2 ਨਹੀਂ, ਪੂਰੇ 14 ਬੱਚੇ ਕੋਰੋਨਾ ਦਾ ਸ਼ਿਕਾਰ ਹੋ ਚੁੱਕੇ ਨੇ। ਜਾਣਕਾਰੀ ਦਿੰਦਿਆਂ ਮੈਡੀਕਲ ਅਫਸਰ ਨੇ ਦੱਸਿਆ ਹੈ ਕਿ ਸਕੂਲ ਦੇ ਇੱਕ ਵਿਦਿਆਰਥੀ ਦਾ ਕੋਰੋਨਾ ਟੈਸਟ ਕਰਵਾਇਆ ਗਿਆ ਸੀ ਜੋ ਪੋਜ਼ਿਟਿਵ ਪਾਇਆ ਗਿਆ, ਜਿਸ ਤੋਂ ਬਾਅਦ ਸਿਹਤ ਵਿਭਾਗ ਦੇ ਵੱਲੋਂ ਸਕੂਲ ਦੇ ਹੋਰ ਬੱਚਿਆਂ ਤੇ ਸਟਾਫ ਦੇ ਵੀ ਕੋਰੋਨਾ ਟੈਸਟ ਕਰਵਾਏ ਗਏ ਨੇ, ਜਿਨ੍ਹਾਂ ਦੇ ਵਿੱਚੋਂ 13 ਵਿਦਿਆਰਥੀਆਂ ਦੀ ਕੋਰੋਨਾ ਰਿਪੋਰਟ ਪੋਜ਼ਿਟਿਵ ਆਈ ਹੈ। ਮੈਡੀਕਲ ਅਫਸਰ ਡਾਕਟਰ ਰਮੇਸ਼ ਕੁਮਾਰੀ ਦੇ ਵੱਲੋਂ ਨਾਲ ਹੀ ਦੱਸਿਆ ਗਿਆ ਹੈ ਕਿ ਵਿਦਿਆਰਥੀਆਂ, ਅਧਿਆਪਕਾਂ ਅਤੇ ਸਕੂਲੀ ਸਟਾਫ ਸਮੇਤ ਕੁੱਲ 418 ਟੈਸਟ ਕੀਤੇ ਗਏ ਸਨ, ਜਿਨ੍ਹਾਂ ਦੇ ਵਿੱਚੋਂ 245 RT-PCR ਤੇ 173 ਰੈਪਿਡ ਟੈਸਟ ਸੀ, ਜਿਨ੍ਹਾਂ ਦੇ ਵਿੱਚੋਂ 48 ਵਿਅਕਤੀਆਂ ਦੀ ਰਿਪੋਰਟ ਆਉਣੀ ਬਾਕੀ ਹੈ। ਪਰ ਜਿਨ੍ਹਾਂ ਦੀ ਰਿਪੋਰਟ ਆ ਗਈ ਹੈ ਉਹਨਾਂ ਦੇ ਵਿੱਚੋਂ 13 ਬੱਚਿਆਂ ਦੀ ਰਿਪੋਰਟ ਪੋਜ਼ਿਟਿਵ ਆਈ ਹੈ। ਸਕੂਲ ਜਵਾਹਰ ਨਵੋਦਿਆ ਵੜਿੰਗ ਖੇੜਾ 'ਚ ਉੱਥੇ ਪਹਿਲੇ ਇੱਕ ਬੱਚੇ ਨੇ ਹਰਿਆਣਾ ਸ਼ਹਿਰ ਡੱਬਵਾਲੀ 'ਚ ਉਹਨਾਂ ਟੈਸਟ ਕਰਾਇਆ ਸੀ, ਉਹਦਾ ਪੋਜ਼ਿਟਿਵ ਆ ਗਿਆ ਸੀ। ਅਸੀਂ ਉਹਨੂੰ ਆਈਸੋਲੇਟ ਕਰਤਾ ਸੀ ਤੇ ਪ੍ਰੋਟੋਕੋਲ ਮੁਤਾਬਕ ਸਕੂਲ ਦੇ ਸਾਰੇ ਬੱਚਿਆਂ ਦੇ ਫਿਰ ਟੈਸਟ ਕਰਨੇ ਹੁੰਦੇ। ਜੀ, ਕਿੰਨੇ ਬੱਚੇ ਟੈਸਟ ਹੋਏ? ਅੱਜ ਕੀ ਲੇਟੈਸਟ ਰਿਪੋਰਟ ਆਈ ਹੈ? ਟੋਟਲ ਜਿਹੜੇ 418 ਟੈਸਟ ਹੋਏ ਉਹਦੇ ਵਿੱਚੋਂ 45 ਕੁ ਜੋ ਸਟਾਫ ਦੇ ਮੈਂਬਰ ਨੇ ਤੇ ਦੂਸਰੇ ਬੱਚੇ ਨੇ। ਉਹਨਾਂ 418 ਵਿੱਚੋਂ 245 ਅਸੀਂ RT-PCR ਕੀਤੇ ਸੀ
ਤੇ 173 ਰੈਪਿਡ ਐਂਟੀਜਨ ਤੇ ਜੋ RT-PCR ਕੀਤੇ ਨੇ ਉਹਨਾਂ ਚੋਂ 48 ਦੇ ਆਸ-ਪਾਸ ਦੇ ਰਿਪੋਰਟ ਪੈਂਡਿੰਗ ਹੈ ਤੇ ਇਹਨਾਂ 245 ਵਿੱਚੋਂ 13 ਬੱਚੇ ਪੋਜ਼ਿਟਿਵ ਹੈ। ਟੋਟਲ 14 ਹੋ ਗਏ। ਟੋਟਲ 14 ਬੱਚੇ। ਕਿੰਨੇ ਕੁ ਬੱਚਿਆਂ ਦੇ ਪੈਂਡਿੰਗ ਹੈ ਟੈਸਟ ਕਰਨ ਲਈ? ਨਹੀਂ, ਟੈਸਟ ਜੋ ਸਕੂਲ ਵਿੱਚ ਹੈਗੇ ਸੀ ਉਹਨਾਂ ਦੇ ਅਸੀਂ ਸਾਰਿਆਂ ਦੇ ਟੈਸਟ ਕਰ ਚੁੱਕੇ ਆ। ਉਹਨਾਂ ਦੀ ਸ਼ਾਇਦ ਕੋਈ 2 ਕਲਾਸਾਂ ਜੇ ਘਰ 'ਚ ਹੈਗੀਆਂ ਨੇ, ਵਾਪਸ ਨਹੀਂ ਆਈਆਂ, ਉਹਨਾਂ ਬੁਲਾਈਆਂ। ਕਰੋਨਾ ਮਾਮਲਿਆਂ ਦੇ ਵਿੱਚ ਮੁੜ ਤੋਂ ਤੀਸਰੀ ਆਉਣ ਤੋਂ ਬਾਅਦ ਇਲਾਕੇ ਦੇ ਵਿੱਚ ਮੁੜ ਤੋਂ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਹੈ। ਬੱਚਿਆਂ ਦੇ ਮਾਪਿਆਂ 'ਚ ਡਰ ਪਾਇਆ ਜਾ ਰਿਹਾ। ਇਸ ਗੱਲ ਦੇ ਵਿੱਚ ਵੀ ਕੋਈ ਦੋ ਰਾਏ ਨਹੀਂ ਕਿ ਹੁਣ ਲੋਕ ਵੀ ਕਰੋਨਾ ਹਦਾਇਤਾਂ ਦੀ ਪਾਲਣਾ ਕਰਨਾ ਭੁੱਲ ਗਏ ਨੇ। ਜੇਕਰ ਅਜਿਹਾ ਹੀ ਚੱਲਦਾ ਰਿਹਾ ਤਾਂ ਸੂਬੇ ਦੇ ਵਿੱਚ ਕਰੋਨਾ ਦੀ ਤੀਜੀ ਲਹਿਰ ਆਵੇਗੀ ਨਹੀਂ, ਅਸੀਂ ਉਸ ਨੂੰ ਬਾਹੋਂ ਫੜ ਕੇ ਲੈ ਕੇ ਆਵਾਂਗੇ। ਮੁਕਤਸਰ ਤੋਂ ਕੁਲਦੀਪ ਰੀਣੀ ਦੇ ਨਾਲ ਬਿਊਰੋ ਰਿਪੋਰਟ PTC ਨਿਊਜ਼। ਅਗਲੀ ਖਬਰ ਦਾ ਰੁਖ ਕਰਦੇ ਹਾਂ। ਭਾਵੇਂ ਕਿਸਾਨਾਂ ਅੱਗੇ ਕੇਂਦਰ ਸਰਕਾਰ ਝੁਕ ਗਈ ਹੈ, ਕਿਸਾਨਾਂ ਦੇ ਸ਼ਾਂਤਮਈ ਸੰਘਰਸ਼ ਦੀ ਜਿੱਤ ਹੋਈ ਹੈ, ਤਿੰਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦਾ PM ਮੋਦੀ ਨੇ ਐਲਾਨ ਕਰ ਦਿੱਤਾ ਤੇ ਇਸ ਦੀ ਪ੍ਰਕਿਰਿਆ ਵੀ ਸ਼ੁਰੂ ਹੋ ਗਈ ਹੈ। ਪਰ ਇਸ ਜਿੱਤ ਦੀ ਕਈ ਪਰਿਵਾਰਾਂ ਨੂੰ ਵੱਡੀ ਕੀਮਤ ਵੀ ਚੁਕਾਉਣੀ ਪਈ ਹੈ। ਅਜਿਹੇ ਇੱਕ ਪਰਿਵਾਰ ਦੇ ਨਾਲ ਤੁਹਾਨੂੰ ਮਿਲਾਉਂਦੇ ਹਾਂ। ਸਾਡੇ ਨਾਲ ਵੀ ਇਸ ਵਕਤ ਮੌਜੂਦ ਹੈ ਜ਼ਿਲ੍ਹੇ ਗੁਰਦਾਸਪੁਰ ਦੇ ਪਿੰਡ ਖੋਖਰ ਦੇ ਜਥੇਦਾਰ ਸਰਦਾਰ ਸੁੱਚਾ ਸਿੰਘ, ਜੋ ਕਿ ਸ਼ਹੀਦ ਹੋ ਗਏ ਸਨ ਇਸ ਕਿਸਾਨੀ ਸੰਘਰਸ਼ ਦੌਰਾਨ, ਜੋ ਕਿ ਲਗਾਤਾਰ ਜਦੋਂ ਤੋਂ ਇਹ ਕਿਸਾਨੀ ਸੰਘਰਸ਼ ਚੱਲ ਰਿਹਾ ਸੀ ਉਦੋਂ ਤੋਂ ਹੀ ਉਹਨਾਂ ਨੇ ਸ਼ਮੂਲੀਅਤ ਕੀਤੀ ਹੋਈ ਸੀ, ਆਪਣਾ ਪੂਰਾ ਯੋਗਦਾਨ ਪਾ ਰਹੇ ਸੀ, ਆਪਣੇ ਤਨ ਕਰਕੇ, ਮਨ ਕਰਕੇ, ਧਨ ਕਰਕੇ। ਤੇ ਉਹਨਾਂ ਦਾ ਪਰਿਵਾਰ ਇਸ ਵਕਤ ਸਾਡੇ ਨਾਲ ਮੌਜੂਦ ਹੈ। ਸਾਨੂੰ ਹਜੇ ਤੱਕ ਨਾ ਤੇ ਪੰਜਾਬ ਸਰਕਾਰ ਨੇ ਕੁਝ ਦਿੱਤਾ ਤੇ ਨਾ ਕੇਂਦਰ ਸਰਕਾਰ ਨੇ ਦਿੱਤਾ। ਜਦੋਂ ਕਿ ਕਮਾਉਣ ਵਾਲੇ ਮੇਰੇ ਉਹ ਪਤੀ ਸੀਗੇ ਤੇ ਮੇਰਾ ਬੇਟਾ ਜਿਹੜਾ ਵਾ ਉਹ ਅਜੇ ਬੇਰੁਜ਼ਗਾਰ ਹੈ ਤੇ ਮੈਂ ਵੀ ਉਹਨਾਂ ਦੇ ਸਿਰ ਤੇ ਹੀ ਸੀਗੀ ਤੇ ਹੁਣ ਕੋਈ ਕਮਾਈ ਦਾ ਸਾਧਨ ਨਹੀਂ ਹੈਗਾ। ਮਾੜੇ ਮੋਟੇ ਇਦਾਂ ਟਾਈਮ ਪਾਸ ਜਿਹੜਾ ਉਹ ਕਰ ਰਹੇ ਆ ਅਸੀਂ, ਤੇ ਇਸ ਕਰਕੇ ਮੈਂ ਚਾਹੁੰਦੀ ਹਾਂ ਕਿ ਸਾਡੀ ਥੋੜੀ ਬਹੁਤੀ ਜਿਹੜੀ ਉਹ ਸਹਾਇਤਾ ਕੀਤੀ ਜਾਵੇ, ਸਾਡੇ ਬੇਟੇ ਨੂੰ ਨੌਕਰੀ ਦਿੱਤੀ ਜਾਵੇ, ਜੋ ਮੁਆਵਜ਼ਾ ਮਿਲਣਾ ਵਾ ਉਹ ਸਾਨੂੰ ਦਿੱਤਾ ਜਾਵੇ। ਅਜੇ ਤੱਕ ਸਾਨੂੰ ਕਿਸੇ ਨੇ ਕੁਝ ਵੀ ਨਹੀਂ ਦਿੱਤਾ ਹੈਗਾ। ਧਾਰਮਿਕ ਖਿਆਲਾਂ ਦੇ ਬੰਦੇ ਉਹ ਮਤਲਬ ਜਾਂਦੇ ਰਹੇ, ਸੰਘਰਸ਼ 'ਚ ਬੜਾ ਜਾਂਦੇ ਰਹੇ, ਦਿੱਲੀ ਤੱਕ ਜਾਂਦੇ ਰਹੇ, ਪਠਾਨਕੋਟ ਤੱਕ ਜਾਂਦੇ ਰਹੇ। ਮਤਲਬ ਜਿਹੜੀ ਸੈਂਟਰ ਦੀ ਸਰਕਾਰ ਦੀ ਅੜੀ ਵੀ ਉਹਨਾਂ ਨੇ ਮਤਲਬ ਨਾ ਤਾਂ ਸ਼ਹੀਦ ਕਿਸੇ ਨੂੰ ਐਲਾਨਿਆ ਅਜੇ ਤੱਕ। 700 ਸ਼ਹੀਦ ਹੋ ਗਏ ਸਾਡੇ ਜਵਾਨ, 9 ਬੱਚੇ ਜਵਾਨ, ਉਹਨਾਂ ਨੂੰ ਨੌਕਰੀ ਦਿੱਤੀ ਜਾਏ। ਸੈਂਟਰ ਸਰਕਾਰ ਉਹਨਾਂ ਨੂੰ 2-2 ਕਰੋੜ ਰੁਪਈਆ ਦਿੱਤਾ ਜਾ, ਹਰ ਇੱਕ ਬੱਚੇ ਨੂੰ ਸਹਾਇਤਾ ਦਿੱਤੀ ਜਾਏ। ਸਾਡੇ ਨਾਲ ਉਹਨਾਂ ਦੇ ਸੁਪੁੱਤਰ ਵੀ ਇੱਥੇ ਮੌਜੂਦ ਨੇ, ਉਹਨਾਂ ਨਾਲ ਗੱਲ ਕਰ ਲੈਂਦੇ ਹਾਂ। ਕੀ ਕਰ ਰਹੇ ਹੋ ਭਾਈ ਸਾਹਿਬ ਇਸ ਵੇਲੇ? ਇਸ ਟਾਈਮ ਤੇ ਵਿਹਲਾ ਹੀ ਆ। ਪਹਿਲਾਂ ਤੇ ਪਾਪਾ ਦੇ ਸਿਰ ਤੇ ਹੀ ਕਰਦੇ ਰਹੇ ਆ ਹਨਾ ਕੰਮ, ਤੇ ਉਹਨਾਂ ਦੇ ਸਿਰ ਤੋਂ ਹੀ ਖਾਂਦੇ ਰਹੇ ਆ। ਹੁਣ ਪੂਰੇ ਵਿਹਲੇ ਆ ਤੇ ਜੋ ਮਤਲਬ ਇਹਨਾਂ ਨੇ ਵਾਅਦੇ ਜਿਹੜੇ ਆਪਣੇ ਕਿਹਾ ਸੀ ਵੀ ਇੱਕ ਘਰ ਦੇ ਵਿੱਚ ਨੌਕਰੀ ਦੇਵਾਂਗੇ, ਤੇ ਜਿਹੜੇ ਪੈਸੇ ਹੀ 5-5 ਲੱਖ ਆਖਿਆ ਸੀ 5 ਲੱਖ ਦਿੱਤਾ। ਉਸ ਤੋਂ ਬਾਅਦ ਕੁਛ ਨਹੀਂ ਇਹਨਾਂ ਨੇ ਪੁੱਛਿਆ। ਤੇ ਅਸੀਂ ਤੇ ਇਹੋ ਕਹਿੰਦੇ ਆ ਵੀ ਸਾਡੀ ਜਿਹੜੀ ਆ ਜਿਹੜੇ ਤੁਸੀਂ ਆਪਣੇ ਕਿਹਾ ਦਾ ਵਾ ਨੌਕਰੀਆਂ ਵੱਲੋਂ ਵੀ ਉਹ ਆਪਣੇ ਵਾਅਦੇ ਪੂਰੇ ਕੀਤੇ ਜਾਣ। ਅਜੇ ਕੇਂਦਰ ਸਰਕਾਰ ਨੇ ਇਹ ਮਾੜਾ ਕਦਮ ਚੁੱਕਿਆ ਸੀਗਾ, ਕਾਲੇ ਕਾਨੂੰਨ ਲੈ ਕੇ ਆਈ। ਇਹ ਸਾਰੇ ਹੀ ਸ਼ਹੀਦਾਂ ਦੀ ਜ਼ਿੰਮੇਵਾਰੀ ਉਹਨਾਂ ਦੀ ਬਣਦੀ ਆ। ਅਜੇ ਤੱਕ ਉਹਨਾਂ ਨੇ ਕਿਸੇ ਵੀ ਸ਼ਹੀਦ ਨੂੰ ਦਰਜਾ ਨਹੀਂ ਦਿੱਤਾ, ਉਹ ਤਾਂ ਸ਼ਹੀਦ ਮੰਨਦੇ ਹੀ ਨਹੀਂ। ਇੱਥੋਂ ਤੱਕ ਕਿ ਉਹਨਾਂ ਨੇ ਸੰਘਰਸ਼ ਵੀ ਨਹੀਂ ਉਹਨੇ ਅਜੇ ਤੱਕ ਮੰਨਿਆ। ਸੋ ਸਰਕਾਰ ਕੋਲੋਂ ਇੱਕੋ ਹੀ ਮੰਗ ਆ ਵੀ ਇਹ ਇੱਕ ਇਤਿਹਾਸਿਕ ਮੋਰਚਾ ਦਾ ਇਤਿਹਾਸ ਲਿਖਿਆ ਜਾਵੇ। ਸ਼ਹੀਦਾਂ ਦੇ ਨਾਮ ਦੇ ਉੱਤੇ ਅਜਾਇਬ ਘਰ ਬਣਨੇ ਚਾਹੀਦੇ ਨੇ, ਉਹਨਾਂ ਦੀਆਂ ਯਾਦਗਾਰਾਂ ਬਣਨੀਆਂ ਚਾਹੀਦੀਆਂ ਨੇ, ਕਿਉਂਕਿ ਆਪਣੇ ਹੱਕ ਸੱਚ ਦੀ ਲੜਾਈ ਵਾਸਤੇ ਲੜੇ ਨੇ, ਪੂਰੇ ਦੇਸ਼ ਦੀ ਕਿਸਾਨੀ ਵਾਸਤੇ ਲੜੇ ਨੇ। ਇਹ ਸ਼ਹੀਦ ਪਰਿਵਾਰ ਸੁੱਚਾ ਸਿੰਘ ਦਾ ਦਰਦ, ਜੋ ਉਹਨਾਂ ਨੇ ਕਿਹਾ ਕਿ ਘਾਟਾ ਤੇ ਪੂਰਾ ਨਹੀਂ ਹੋ ਸਕਦਾ, ਤੇ ਨਾਲ ਹੀ ਕਿਸਾਨ ਜਥੇਬੰਦੀਆਂ ਦੇ ਉਹ ਆਗੂ ਜਿਨ੍ਹਾਂ ਨੇ ਕਿਹਾ ਹੈ ਕਿ ਜੋ ਵਾਅਦੇ ਸਰਕਾਰ ਨੇ ਕੀਤੇ ਸੀ ਉਸ ਨੂੰ ਹੁਣ ਵਫਾ ਕਰਨ ਅਤੇ ਆਰਥਿਕ ਤੌਰ ਦੇ ਉੱਤੇ ਪਰਿਵਾਰ ਦੀ ਜੋ ਹੈ ਹੁਣ ਉਹ ਮਦਦ ਕੀਤੀ ਜਾਵੇ, ਜਿੰਨੇ ਵੀ ਜੋ ਸ਼ਹੀਦ ਇਸ ਕਿਸਾਨ ਅੰਦੋਲਨ ਦੇ ਦੌਰਾਨ ਹੋਏ ਨੇ। ਕੈਮਰਾ ਪਰਸਨ ਪ੍ਰੀਤ ਦੇ ਨਾਲ ਰਵੀ ਬਖਸ਼ ਸਿੰਘ, PTC ਨਿਊਜ਼ ਗੁਰਦਾਸਪੁਰ।